ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਚੋਣ ਨਤੀਜੇ ਅਤੇ ਦੇਸ਼ ਦਾ ਸਿਆਸੀ ਭਵਿੱਖ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਤੁਸੀਂ। ਹਮੀਰ ਸਿੰਘ ਜੀ, ਜਦੋਂ ਦੇਸ਼ ਦੇ ਵਿੱਚ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਕਰੋਨਾ ਵਰਗੀ ਮਹਾਮਾਰੀ ਭਿਆਨਕ ਰੂਪ ਧਾਰਦੀ ਜਾ ਰਹੀ ਹੈ, ਉਸੇ ਸਮੇਂ ਦੇ ਵਿੱਚ ਜਿਹੜਾ ਹੈਗਾ ਦੇਸ਼ ਦੇ 5 ਸੂਬਿਆਂ ਦੇ ਵਿੱਚ ਚੋਣਾਂ ਕਰਾਈਆਂ ਜਾਂਦੀਆਂ ਜਿਨ੍ਹਾਂ ਦੇ ਨਤੀਜਿਆਂ ਦੀ ਸਾਰੇ ਦੇਸ਼ ਵਾਸੀਆਂ ਨੂੰ ਉਡੀਕ ਸੀ। ਅੱਜ ਉਹ ਨਤੀਜੇ ਆ ਗਏ ਨੇ, ਸਭ ਦੇ ਸਾਹਮਣੇ ਨੇ। ਅਸੀਂ ਜਾਣਨਾ ਚਾਹਾਂਗੇ ਅੱਜ ਇਹ ਨਤੀਜਿਆਂ ਨੂੰ ਲੈ ਕੇ ਸਵੇਰ ਤੋਂ ਹੀ ਸਾਰੇ ਸਿਆਸੀ ਧਿਰਾਂ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਜਿਹੜਾ ਸੀਗਾ ਇੱਕ ਦਿਲਚਸਪੀ ਜੀ ਦੇਖਣ ਨੂੰ ਮਿਲ ਰਹੀ ਸੀ। ਇਹ ਨਤੀਜੇ ਕਿਸ ਤਰ੍ਹਾਂ ਦੇ ਰਹੇ ਹੈ, ਕੀ ਰੁਝਾਨ ਜਿਹੜੇ ਸੀਗੇ ਆ ਹੁਣ ਤੱਕ ਦੇ ਕੀ ਨਤੀਜੇ ਸਾਹਮਣੇ ਆਏ ਨੇ? 4 ਰਾਜ ਤੇ ਇੱਕ ਯੂਨੀਅਨ ਟੈਰੀਟਰੀ ਦੇ ਵਿੱਚ ਇਲੈਕਸ਼ਨ ਹੋਈ ਤੇ ਉਹਦੇ ਨਤੀਜੇ ਆਏ ਨੇ, ਪਰ ਸਭ ਤੋਂ ਜ਼ਿਆਦਾ ਜਿਹੜਾ ਫੋਕਸ ਹੈ ਲੋਕਾਂ ਦਾ ਧਿਆਨ ਹੈ ਜਿਹੜੇ ਬਾਕੀ 3 ਸੂਬੇ ਨੇ, ਤਾਮਿਲਨਾਡੂ ਹੈ, ਕੇਰਲਾ ਹੈ, ਅਸਾਮ ਹੈ ਜਾਂ ਪੁਡੂਚੇਰੀ ਹੈ, ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਜਿਹੜਾ 5ਵਾਂ ਸੂਬਾ ਹੈ ਪੱਛਮੀ ਬੰਗਾਲ। ਅਸਲ 'ਚ ਸਾਰਾ ਫੋਕਸ ਜਿਹੜਾ ਸਵੇਰ ਤੋਂ ਜਦੋਂ ਦੀ ਗਿਣਤੀ ਹੈ ਬਹੁਤ ਵੱਡੇ ਪੱਧਰ 'ਤੇ ਉਸ 'ਤੇ ਹੈ। ਉਹ ਇਸ ਕਰਕੇ ਹੈ ਫੋਕਸ ਕਿਉਂਕਿ ਉਹਦੇ 'ਤੇ ਹੀ ਲਗਾਤਾਰ ਇੱਕ ਤਾਂ 8 ਪੜਾਵਾਂ 'ਚ ਚੋਣ ਕਰਵਾਈ ਗਈ ਹੈ ਲਗਾਤਾਰ। ਇਹ ਸ਼ੁਰੂ ਤੋਂ ਜਾ ਕੇ ਇਹ ਐਲੀਗੇਸ਼ਨ ਲੱਗਦਾ ਰਿਹਾ, ਇਹ ਦੋਸ਼ ਲੱਗਦਾ ਰਿਹਾ ਚੋਣ ਕਮਿਸ਼ਨ 'ਤੇ ਵੀ ਕਿ ਚੋਣ ਕਮਿਸ਼ਨ ਨੇ ਭਾਰਤੀ ਜਨਤਾ ਪਾਰਟੀ ਦੇ ਹੁਕਮ ਦੇ ਮੁਤਾਬਕ ਜਾਂ ਉਹਦੀ ਰਾਏ ਦੇ ਮੁਤਾਬਕ ਇੰਨਾ ਉਹਨੂੰ ਖਿੱਚਿਆ ਅੱਗੇ, ਕਿਉਂਕਿ ਦੂਜੀਆਂ ਪਾਰਟੀਆਂ ਖਾਸ ਤੌਰ 'ਤੇ ਤ੍ਰਿਣਮੂਲ ਕਾਂਗਰਸ ਇਹ ਪਲੀ ਲੈ ਰਹੇ ਸੀ ਕਿ ਇਦੋਂ ਘੱਟ ਸਮੇਂ ਦੇ ਵਿੱਚ ਥੋੜ੍ਹੇ ਟਾਈਮਾਂ ਦੇ ਵਿੱਚ ਇਹਨੂੰ ਕੀਤਾ ਜਾ ਸਕਦਾ, ਵੋਟਾਂ ਪਵਾਈਆਂ ਜਾ ਸਕਦੀਆਂ ਨੇ। ਔਰ ਫਿਰ ਚੱਲਦੇ ਦੌਰਾਨ ਕਰੋਨਾ ਦਾ ਬਹੁਤ ਬੜਾ ਵੱਧ ਗਿਆ ਮਾਮਲਾ, ਵੱਡੀਆਂ ਰੈਲੀਆਂ ਜਦੋਂ ਹੋ ਰਹੀਆਂ ਸੀ ਤਾਂ ਆਖਰੀ 3 ਪੜਾਵਾਂ 'ਚ ਜਾ ਕੇ ਫਿਰ ਰੈਲੀਆਂ ਸਾਰਿਆਂ ਨੂੰ ਬੰਦ ਕਰਨੀਆਂ ਪਈਆਂ, ਰੱਦ ਕਰਨੀਆਂ ਪਈਆਂ। ਔਰ ਇਹ ਨਤੀਜਾ ਵੀ ਇਸੇ ਕਰਕੇ ਇਸ ਰੂਪ ਦੇ ਵਿੱਚ ਦਿਖਾਈ ਦੇ ਰਿਹਾ ਕਿ ਜਿਹੜੇ ਜਿਉਂ-ਜਿਉਂ ਆਖਰੀ ਪੜਾਅ ਹੁੰਦੇ ਗਏ ਤੇ ਉਹ ਬੀਜੇਪੀ ਜ਼ਿਆਦਾ ਸਾਫ਼ ਹੁੰਦੀ ਜਾ ਰਹੀ ਹੈ ਉਹਨਾਂ ਪੜਾਵਾਂ ਦੇ ਵਿੱਚ। ਔਰ ਇਹ ਜ਼ਰੂਰੀ ਕਿਉਂ ਸੀਗੀਆਂ ਜਿਹੜੀਆਂ ਵੀ ਚੋਣਾਂ ਹੈਗੀਆਂ ਨੇ, ਕਿਉਂਕਿ ਜਿਹੜਾ ਤਾਂ ਤਾਮਿਲਨਾਡੂ ਹੈ, ਤਾਮਿਲਨਾਡੂ 'ਚ ਬੀਜੇਪੀ ਦਾ ਆਪਦਾ ਐਡਾ ਸਟੇਕ ਨਹੀਂ। AIDMK ਨਾਲ ਰਲ ਕੇ ਜਿਹਦੀ ਸਰਕਾਰ 10 ਸਾਲਾਂ ਤੋਂ ਸੀ ਉਹਦੇ ਨਾਲ ਮਿਲ ਕੇ ਚੋਣ ਲੜ ਰਹੀ ਸੀ ਤੇ ਉੱਥੇ DMK ਜਿੱਤ ਰਹੀ ਹੈ ਪੂਰੀ ਵੱਡੀ ਮੈਜੋਰਟੀ ਦੇ ਨਾਲ। ਕਾਂਗਰਸ ਉਹਦੇ ਨਾਲ ਬਹੁਤ ਛੋਟੀ ਪਾਰਟੀ ਦੇ ਤੌਰ 'ਤੇ ਅਲਾਈ ਹੈ ਤੇ BJP ਵਾਲਾ NDA ਜਾਂ ਜਿਹਨੂੰ ਕਹੋ ਜਾਂ ਮੇਨ ਪਾਰਟੀ ਉੱਥੇ AIDMK ਰੀਜਨਲ ਪਾਰਟੀ ਹੈ। ਇਹ ਦੋਨੋਂ ਨੈਸ਼ਨਲ ਪਾਰਟੀਆਂ ਜਿਹੜੀਆਂ ਨੇ ਇਹ ਇੱਕ ਦੂਜੇ ਦੇ ਨਾਲ ਸਹਾਇਕ ਨੇ, ਇੱਕ DMK ਦੇ ਨਾਲ ਹੈ, ਇੱਕ AIDMK ਦੇ ਨਾਲ। ਦੂਜੀ ਇੱਕ ਤਬਦੀਲੀ ਇਸ ਕਰਕੇ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਕਾਮਰੇਡਾਂ ਦਾ ਬਿਲਕੁਲ ਹੀ ਮਤਲਬ ਹੁੰਝਾ ਫਿਰ ਗਿਆ, ਵੋਟ ਪਰਸੈਂਟੇਜ ਵੀ ਲਗਾਤਾਰ ਡਾਊਨ ਜਾ ਰਹੀ ਹੈ, ਸੀਟ ਵੀ ਨਹੀਂ ਆ ਰਹੀ ਹੈ ਉਸ ਪੱਧਰ 'ਤੇ ਕਾਂਗਰਸ ਦੀ ਵੀ ਇਹੀ ਹਾਲ ਹੈ। ਪਰ ਕੇਰਲਾ ਦੇ ਵਿੱਚ ਉਹ ਦੁਬਾਰਾ ਪਹਿਲੀ ਵਾਰ ਅੱਜ ਤੱਕ ਕੇਰਲਾ ਦੇ ਇਤਿਹਾਸ 'ਚ ਇਹ ਨਹੀਂ ਹੋਇਆ ਦੁਬਾਰਾ ਸਰਕਾਰ ਬਣਾਉਣੀ। ਜਿਹੜਾ ਖੱਬੇ ਪੱਖੀ ਧੜਾ ਹੈ, ਫਰੰਟ ਹੈ, ਉਹ ਦੁਬਾਰਾ ਪੂਰੀ ਬਹੁਮਤ ਦੇ ਨਾਲ ਸਰਕਾਰ ਦੇ ਵਿੱਚ ਆ ਰਿਹਾ ਹੈ ਦੁਬਾਰਾ। ਉੱਥੇ ਲੜਾਈ 'ਚ ਕੋਈ BJP ਨਹੀਂ ਹੈ, BJP ਦਾ ਕੋਈ ਖਾਤਾ ਵੀ ਖੁੱਲ੍ਹੇ ਇਹ ਕੋਈ ਜ਼ਰੂਰੀ ਨਹੀਂ ਹੈ ਕਿਉਂਕਿ ਨਹੀਂ ਹੈ BJP ਦਾ ਕੋਈ ਢਾਂਚਾ। ਉੱਥੇ ਕਾਂਗਰਸ ਦੀ ਅਗਵਾਈ ਵਾਲੇ ਜਿਹੜਾ UPA ਹੈ ਤੇ ਉਹਦੀ ਲੈਫਟ ਫਰੰਟ ਨਾਲ ਲੜਾਈ ਸੀ ਤੇ ਉਹਦੇ 'ਚ ਵੀ ਕਾਂਗਰਸ ਹਾਰੀ ਹੈ ਤੇ ਲੈਫਟ ਫਰੰਟ ਦੁਬਾਰਾ ਸਰਕਾਰ ਬਣਾ ਰਿਹਾ ਹੈ। ਪੁਡੂਚੇਰੀ ਦੇ ਵਿੱਚ ਚੱਲ ਰਿਹਾ ਮੁਕਾਬਲਾ ਤੇ ਅਸਾਮ ਦੇ ਵਿੱਚ ਕਾਂਗਰਸ ਨੇ BJP ਨੇ ਬੜੇ ਆਸਾਨੀ ਦੇ ਨਾਲ ਮਤਲਬ ਸਰਕਾਰ ਬਣਾ ਲੈਣੀ ਹੈ ਜਿੰਨੀ ਉਹਦੀਆਂ ਸੀਟਾਂ ਆ ਰਹੀਆਂ ਨੇ, ਜਿਹੜੀਆਂ ਹਜੇ ਤੱਕ ਸਾਰੇ ਫਾਈਨਲ ਰਿਜ਼ਲਟ ਨਹੀਂ ਆਏ ਪਰ ਉਹ ਉਸ ਰੂਪ ਦੇ ਵਿੱਚ ਜਿੱਤਦੇ ਨੇ। ਔਰ ਇਸੇ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਇਹ ਆਪਣੇ ਆਪਣੇ ਤਰੀਕੇ ਦੇ ਨਾਲ ਅਲੱਗ-ਅਲੱਗ ਨੇ। ਉੱਥੇ BJP ਦਾ ਉਨਾ ਜਿੰਨਾ ਸਟੇਕ ਨਹੀਂ ਹੈ ਇਸੇ ਕਰਕੇ ਕਿਉਂਕਿ ਪੱਛਮੀ ਬੰਗਾਲ ਇਸ ਕਰਕੇ ਜ਼ਿਆਦਾ ਇੰਪੋਰਟੈਂਟ ਮੰਨਿਆ ਜਾ ਰਿਹਾ। ਇੱਥੇ BJP ਨੇ ਤੇ ਕੇਂਦਰ ਦੀ ਸਰਕਾਰ ਨੇ ਪੂਰੀ ਤਾਕਤ ਝੋਕਤੀ ਸੀ। ਪ੍ਰਧਾਨ ਮੰਤਰੀ ਨੇ 24 ਰੈਲੀਆਂ ਕੀਤੀਆਂ, ਦੇਸ਼ ਦਾ ਗ੍ਰਹਿ ਮੰਤਰੀ 27 ਰੈਲੀਆਂ ਕਰਦਾ ਹੈ ਤੇ ਉਹਦਾ ਪ੍ਰਧਾਨ ਮੰਤਰੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਹੈ ਨੱਡਾ, ਉਹ ਲਗਭਗ ਉੱਥੇ ਹੀ ਜਿਵੇਂ ਰਹਿੰਦਾ, ਰੋਜ਼ ਰੈਲੀਆਂ ਦਾ ਮਤਲਬ ਹੈ। ਜਿੰਨੇ ਦਿਨ ਕੰਪੇਨ ਚੱਲੀ ਉਹਦਾ ਮਤਲਬ ਇਹ ਹੈ ਕਿ ਕਦੇ ਗ੍ਰਹਿ ਮੰਤਰੀ ਕਦੇ ਪ੍ਰਧਾਨ ਮੰਤਰੀ ਪੱਛਮੀ ਬੰਗਾਲ 'ਚ ਹੀ ਰਹੇ ਨੇ ਕਿਸੇ ਨਾ ਕਿਸੇ ਰੂਪ। ਔਰ ਇਹਦੇ ਤੋਂ ਵੀ ਅੱਗੇ ਪ੍ਰਧਾਨ ਮੰਤਰੀ ਇੱਕ ਮੰਦਿਰ 'ਚ ਪੂਜਾ ਕਰਨ ਲਈ ਇੱਕ ਵਰਗ ਦੀਆਂ ਵੋਟਾਂ ਲੈਣ ਵਾਸਤੇ ਪੱਛਮੀ ਬੰਗਲਾਦੇਸ਼ ਵੀ ਚਲੇ ਗਏ। ਉਹਨੂੰ ਵੀ ਇਸ ਰੂਪ ਦੇ ਵਿੱਚ ਉਹਨਾਂ ਨੇ ਕੀਤਾ ਕਿ ਜੀ ਉੱਥੇ ਜਾ ਕੇ ਵੀ ਸ਼ਾਇਦ ਕੋਈ ਫਾਇਦਾ ਹੋ ਜਾਏ ਉਸ ਪੱਧਰ ਦੇ ਉੱਤੇ। ਤੇ ਇਸ ਤਰ੍ਹਾਂ ਇਹ ਹੈ ਕਿ ਬਾਕੀ ਸੂਬੇ ਜਿਹੜੇ ਨੇ ਉਹ ਚਾਹੇ ਮੱਧ ਪ੍ਰਦੇਸ਼ ਹੈ ਚਾਹੇ UP ਹੈ, ਜਿੰਨੇ ਮੁੱਖ ਮੰਤਰੀ ਸੀ ਉਹ ਸਾਰੇ ਉੱਥੇ ਲਿਜਾ ਕੇ ਮਤਲਬ ਕੰਪੇਨ ਦੇ ਵਿੱਚ ਉੱਤੋਂ ਝੋਕਤੇ। ਔਰ ਵੱਖ-ਵੱਖ ਸੂਬਿਆਂ ਤੋਂ BJP ਦੇ ਇੰਨੇ ਜ਼ਿਆਦਾ ਐਕਟਿਵਿਸਟ ਜਿਹੜੇ ਸੀ, ਕਾਰਕੁਨ ਸੀ, ਉਹਨਾਂ ਨੂੰ ਉੱਥੇ ਜਾ ਕੇ ਝੋਕਤਾ। ਮਤਲਬ ਪੈਸਾ, ਤਾਕਤ ਤੇ ਪੂਰੀ ਜ਼ਿਆਦਾ ਜਥੇਬੰਦਕ ਸਮਰੱਥਾ ਇਹ ਸਭ ਕੁਝ ਪੱਛਮੀ ਬੰਗਾਲ 'ਚ ਝੋਕਿਆ ਹੋਇਆ ਸੀ।
ਐਤਕੀ ਬਾਹਰ ਮਤਲਬ 200 ਪਾਰ ਦਾ ਜਿਹੜਾ ਇੱਕ ਨਾਰਾ ਜਿਹੜਾ ਉਸ ਲੈਵਲ ਤੇ ਦਿੱਤਾ, ਔਰ ਉਹ ਇਹੋ ਜਿਹਾ ਇੱਕ ਮਾਹੌਲ ਬਣਾਇਆ। ਉਹਦੇ ਨਾਲ ਦੀ ਨਾਲ ਦਿੱਲੀ ਤੋਂ ਮੀਡੀਆ ਲੈ ਕੇ ਜਾਂਦੇ ਰਹੇ ਜੀ। ਬੰਗਾਲੀ ਮੀਡੀਆ ਬਹੁਤਾ ਨਹੀਂ ਲੋਕਾਂ ਨੇ ਦੇਖਿਆ, ਕਿਉਂਕਿ ਬਾਹਰ ਤਾਂ ਦੇਸ਼ ਦੇ ਵਿੱਚ ਲੋਕ ਜ਼ਿਆਦਾਤਰ ਨੈਸ਼ਨਲ ਮੀਡੀਆ ਹੀ ਤੋਂ ਹੀ ਪਤਾ ਲੱਗਦਾ ਉਹਨਾਂ ਨੂੰ। ਅਤੇ ਨੈਸ਼ਨਲ ਮੀਡੀਆ ਦਾ ਬਹੁਤ ਵੱਡਾ ਜਿਹੜਾ ਹਿੱਸਾ ਹੈ, ਬਹੁਤ ਵੱਡਾ, ਉਹ ਪੂਰੀ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਬੀਜੇਪੀ ਅਤੇ ਕੇਂਦਰ ਸਰਕਾਰ ਸਾਹਮਣੇ ਨਤਮਸਤਕ ਟਾਈਪ ਹੀ ਹੈ। ਜਿਵੇਂ ਉਹ ਕਹਿੰਦੇ ਨੇ ਉਸ ਤਰੀਕੇ ਦੀਆਂ ਖਬਰਾਂ, ਉਸ ਤਰੀਕੇ ਦਾ ਸਾਰਾ ਮਾਹੌਲ ਇਹ ਲੱਗ ਰਿਹਾ ਸੀ ਵੀ ਲੈ ਐਤਕੀ ਤਾਂ ਬੀਜੇਪੀ ਨੇ ਪਤਾ ਨਹੀਂ ਕੀ ਕਰ ਦੇਣਾ, ਕੁਛ ਨਾ ਕੁਛ ਜਲਵਾ ਇਸ ਲੈਵਲ ਦਾ ਹੋ ਜਾਏਗਾ। ਪਰ ਪੱਛਮੀ ਬੰਗਾਲ ਦੇ ਵਿੱਚ ਮਮਤਾ ਜਿਸ ਤਰ੍ਹਾਂ ਨਾਲ ਲੜੀ ਹੈ, ਮਮਤਾ ਬੈਨਰਜੀ, ਕਿਉਂਕਿ ਉਹ ਫਾਈਟਰ ਹੈ, ਉਹ ਇਸ ਲੈਵਲ ਦੀ ਲੀਡਰ ਨਹੀਂ ਹੈ ਕਿ ਕਿਸੇ ਨੇ ਬਣਾ ਕੇ ਉੱਥੇ ਭੇਜਤੀ। ਸ਼ੁਰੂ ਤੋਂ ਲੈ ਕੇ ਆਪ ਉਹਨੇ ਆਪਣੀ ਛਵੀ ਬਣਾਈ, ਆਪ ਉਹਨੇ ਆਪਣੀ ਪਾਰਟੀ ਆਰਗੇਨਾਈਜ਼ ਕੀਤੀ, ਆਪ ਉਹ ਲੜਾਈਆਂ ਦੇ ਵਿੱਚ ਉਸ ਲਈ ਪਹਿਲਾਂ 34 ਸਾਲ ਦਾ ਲੈਫਟ ਫਰੰਟ ਦਾ ਜਿਹੜਾ ਰਾਜ ਸੀ ਉਹ ਉਸ ਲੈਵਲ ਤੇ ਕੀਤਾ, ਅਤੇ ਫਰੰਟ ਤੇ ਲੜਦੀ ਇਸ ਰੂਪ ਦੇ ਵਿੱਚ ਦਿਖਾਈ ਦਿੱਤੀ ਕਿ ਜਦੋਂ ਨੰਦੀਗ੍ਰਾਮ ਆ ਗਿਆ, ਸਭ ਤੋਂ ਵੱਡਾ ਉਹਦਾ ਬੰਦਾ ਜਿਹੜਾ ਸੈਕੰਡ ਮੰਨਿਆ ਜਾਂਦਾ ਸੀ ਉਹ ਛੱਡ ਕੇ ਚਲਾ ਜਾਂਦਾ, ਉਹਨੂੰ ਹਰਾਉਣ ਲਈ ਆਪ ਉੱਥੇ ਐਲਾਨ ਦਿੰਦੀ ਹੈ। ਮਤਲਬ ਇਸ ਤਰ੍ਹਾਂ ਦੂਜੇ ਲੀਡਰਾਂ ਵਾਂਗ ਨਹੀਂ ਵੀ ਦੋ ਜਗ੍ਹਾ ਖੜੇ ਹੋ ਜਾਓ ਜੇ ਇੱਕ ਤੋਂ ਹਾਰ ਗਏ, ਅਤੇ ਉਹਨੇ ਇਹ ਦਿਖਾਇਆ ਕਿ ਨਹੀਂ ਕੋਈ ਗੱਲ ਨਹੀਂ, ਆਪਾਂ ਉੱਥੇ ਜਾ ਕੇ ਇਹ ਕੰਮ ਕਰਦੇ ਹਾਂ। ਔਰ ਇਹਦੇ 'ਚ ਇੱਕ ਗੱਲ ਜ਼ਰੂਰ ਮੇਰੇ ਖਿਆਲ ਆਈ ਇਸ ਪੂਰੇ ਦੇ ਵਿੱਚ, ਇੱਕ ਪੋਲਰਾਈਜੇਸ਼ਨ ਜਿਹੜੀ ਕਰਨ ਦੀ ਟਰਾਈ ਕੀਤੀ, ਜਿਹੜੀ ਲਾਮਬੰਦੀ ਇਸ ਰੂਪ 'ਚ ਕਰਨ ਦੀ, ਹਿੰਦੂ ਵਰਸਜ ਮੁਸਲਮਾਨ, ਜਿਹੜੀ ਬੀਜੇਪੀ ਨੇ ਹਿੰਦੂਤਵ ਦਾ ਏਜੰਡਾ ਕਿ ਜੈ ਸ਼੍ਰੀ ਰਾਮ ਨਹੀਂ ਬੋਲਦੇ ਜਾਂ ਬਾਕੀ ਚੀਜ਼ਾਂ ਨਹੀਂ ਕਰਦੇ। ਬੀਜੇਪੀ ਦੇ ਇੱਕ ਲੀਡਰ ਨੇ ਤਾਂ ਉਹਨੂੰ ਕਹਿੰਦਾ ਬੇਗਮ ਜਿਹੜੀ ਹੈ ਮਮਤਾ ਬੈਨ ਜਿਹੜੀ ਹੈ, ਕਿਉਂਕਿ ਵੀ ਉਹ ਮੁਸਲਮਾਨਾਂ ਲਈ ਉਹ ਕਰ ਰਹੀ ਹੈ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਕਾਟ ਉਹਨਾਂ ਨੇ ਕੀਤਾ ਬੀਜੇਪੀ ਹਿੰਦੂ ਈਡੀਅਮ ਦੇ ਨਾਲ ਹੀ। ਬੰਗਾਲ ਦੇ ਵਿੱਚ ਸ਼ਾਇਦ ਉਹ ਕਲਚਰ ਦੇ ਬਾਰੇ ਅਣਜਾਣਤਾ ਹੈ। ਮੈਨੂੰ ਲੱਗਦਾ ਕਿ ਜਿਹੜਾ ਬੀਜੇਪੀ ਦਾ ਅਤੇ ਹਿੰਦੂਤਵ ਦਾ ਇੱਕ ਏਜੰਡਾ ਹੈ ਨਾ RSS ਦਾ, ਉਹੀ ਉਹਦੇ ਖਿਲਾਫ ਭੁਗਤਦਾ ਹੈ ਹਮੇਸ਼ਾ, ਕਿਉਂਕਿ ਉਹਨੂੰ ਇਹ ਨਹੀਂ ਪਤਾ ਕਿ ਹਿੰਦੂ ਮੈਜੋਰਿਟੀ ਹੋਣ ਦੇ ਬਾਵਜੂਦ ਇੱਥੇ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਸੱਭਿਆਚਾਰ ਨੇ, ਵੱਖ-ਵੱਖ ਤਰੀਕਾਕਾਰ ਨੇ ਜ਼ਿੰਦਗੀ ਜਿਉਣ ਦੇ। ਔਰ ਬੰਗਾਲੀ ਇਹ ਕਹਿੰਦੇ ਨੇ ਕਿ ਸਾਡੇ ਦੁਰਗਾ ਦੀ ਪੂਜਾ ਹੁੰਦੀ ਹੈ, ਰਾਮ ਦੀ ਨਹੀਂ ਹੁੰਦੀ, ਅਤੇ ਵੱਖ-ਵੱਖ ਟਾਈਪ ਦਾ ਉਹਨਾਂ ਨੇ ਦੁਰਗਾ ਦਾ ਨਾਅਰਾ ਲਾਇਆ, ਜੋ ਵੀ ਕੀਤਾ ਵੱਖ-ਵੱਖ ਟਾਈਪ ਦੀਆਂ ਚੀਜ਼ਾਂ ਕੀਤੀਆਂ। ਔਰ ਇੱਕ ਉਹਨਾਂ ਨੇ ਬੰਗਾਲੀ ਪ੍ਰਾਈਡ ਨੂੰ ਉਭਾਰਿਆ, ਜਿਹੜਾ ਕੰਮ ਮੋਦੀ ਨੇ ਕੀਤਾ ਪਿਛਲੇ ਸਮੇਂ ਗੁਜਰਾਤ ਦੇ ਵਿੱਚ ਨਾ, ਕਿ ਗੁਜਰਾਤੀ ਪ੍ਰਾਈਡ ਹੈ, ਗੁਜਰਾਤੀ ਬੰਦੇ ਨੂੰ ਐ ਹੋਣਾ ਚਾਹੀਦਾ ਹੈ, ਗੁਜਰਾਤੀ ਬੰਦਾ ਸਾਡਾ ਬੰਦਾ ਚੀਫ ਮਿਨਿਸਟਰ, ਸਾਡਾ ਬੰਦਾ ਪ੍ਰਧਾਨ ਮੰਤਰੀ। ਉਸੇ ਤਰ੍ਹਾਂ ਬੰਗਾਲ ਦੇ ਵਿੱਚ ਵੀ ਇਹ ਇੱਕ ਖਾਸ ਹੈ, ਅਤੇ ਇੱਕ ਪੰਜਾਬ ਦੇ ਵਿੱਚ ਵੀ ਇੱਕ ਖਾਸ ਘੱਟ ਗਿਣਤੀ ਸਿੱਖ ਹੋਣ ਦੇ ਕਰਕੇ ਹੈਗਾ। ਇਸੇ ਕਰਕੇ ਬੰਗਾਲ ਵੀ ਪੰਜਾਬ ਵੀ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਨ ਸਟਰੀਮ ਨਾਲ ਨਹੀਂ ਜਾਂਦੇ। ਜਿਹੜੀਆਂ ਬਾਕੀ ਵੋਟਾਂ ਜਦੋਂ ਵੀ ਮੋਦੀ ਦਾ ਜਲਵਾ ਚੱਲਦਾ ਨਾ, ਕਈ ਵਾਰ ਉਵੇਂ ਨਹੀਂ ਚੱਲਦਾ। ਪਿਛਲੇ ਸਮੇਂ ਦੇ ਵਿੱਚ ਹਾਲਾਂਕਿ ਲੋਕ ਸਭਾ ਦੇ ਵਿੱਚ ਮੋਦੀ ਦਾ ਇੱਕ ਲੈਵਲ ਦਾ ਜਲਵਾ ਉੱਥੇ ਦਿਖਾਈ ਦਿੱਤਾ ਬੀਜੇਪੀ ਨੂੰ, ਕਿਉਂਕਿ ਦੂਜੀਆਂ ਧਿਰਾਂ ਬਹੁਤ ਵੀਕ ਹੋ ਗਈਆਂ। 18 MP ਲੈ ਕੇ ਗਏ ਔਰ 121 ਸੀਟਾਂ 'ਤੇ ਵਿਧਾਨ ਸਭਾ ਦੀਆਂ 'ਤੇ ਲੀਡ ਕੀਤੀ, ਤਾਂ 18 MP ਜਿੱਤੇ ਸੀ 2019 ਦੇ ਵਿੱਚ। ਪਰ ਹੁਣ ਬੀਜੇਪੀ 80 ਤੋਂ ਵੀ ਨੀਚੇ ਆਉਂਦੀ ਨਜ਼ਰ ਆ ਰਹੀ ਹੈ, ਕੇਵਲ 80 ਤੋਂ, 200 ਤਾਂ ਦੂਰ ਦੀ ਗੱਲ ਹੈ। ਔਰ ਜਿਹੜੇ ਸਾਰੇ ਐਗਜ਼ਿਟ ਪੋਲ ਸੀ, ਸਖਤ ਟੱਕਰ ਹੋ ਰਹੀ ਹੈ, ਜੇ ਉਹ ਵੀ ਉੱਡ ਰਹੇ ਨੇ ਮੈਜੋਰਿਟੀ ਪੋਲ। ਇੱਕਾ ਦੁੱਕਾ ਨੇ ਕਿਹਾ ਕਿ ਨਹੀਂ ਕੋਈ ਇਸ ਲੈਵਲ ਦਾ ਨਹੀਂ, ਕਲੀਅਰ ਕੱਟ ਮੈਜੋਰਿਟੀ ਆ ਰਹੀ ਹੈ TMC ਦੀ, ਪਰ ਜ਼ਿਆਦਾਤਰ ਐਗਜ਼ਿਟ ਪੋਲ ਜਿਹੜੇ ਉਸ ਲੈਵਲ 'ਤੇ, ਕਿਉਂਕਿ ਹਵਾ ਬਣੀ ਸੀ ਅਤੇ ਉਸ ਹਵਾ ਦਾ ਅਸਰ ਸਾਰਿਆਂ ਕਿਤੇ ਪੈਂਦਾ ਦਿਖਾਈ ਦਿੰਦਾ। ਅਤੇ ਕਿਤੇ ਨਾ ਕਿਤੇ ਉਹ ਬੰਗਾਲੀਅਤ ਦਾ ਜਿਹੜਾ ਸਵਾਲ ਹੈ, ਬੰਗਾਲੀ ਸੱਭਿਆਚਾਰ ਦਾ ਜਿਹੜਾ ਸਵਾਲ ਹੈ, ਅਤੇ ਉਹ ਇਸ ਲੈਵਲ 'ਤੇ ਕਈ ਵਾਰ ਜਿਹੜੀ ਭਾਸ਼ਾ ਨੂੰ ਵੀ ਸੰਵੇਦਨਸ਼ੀਲਤਾ ਦੇ ਨਾਲ ਲੈਂਦੇ ਨੇ। ਜਿਵੇਂ ਪ੍ਰਧਾਨ ਮੰਤਰੀ ਦੇ ਰੁਤਬੇ 'ਤੇ ਬੈਠਾ ਹੋਇਆ ਕੋਈ ਬੰਦਾ ਮਜ਼ਾਕੀਆ ਲਹਿਜੇ 'ਚ ਜਦੋਂ ਦੀਦੀ ਉਹ ਦੀਦੀ ਕੋਈ ਕੁਛ ਗੱਲ ਕਰਦਾ, ਕੁਛ ਗੱਲ, ਤਾਂ ਉਹ ਬੰਗਾਲੀ ਪ੍ਰਾਈਡ ਨੂੰ, ਬੰਗਾਲੀ ਬੰਦੇ ਨੂੰ ਜਾਂ ਬੰਗਾਲੀ ਔਰਤਾਂ ਨੂੰ ਖਾਸ ਤੌਰ 'ਤੇ ਉਹ ਬੇਇੱਜ਼ਤੀ ਵੀ ਮਹਿਸੂਸ ਹੁੰਦੀ ਹੈ, ਫੀਲਿੰਗ ਵੀ ਉਸ ਲੈਵਲ ਦੀ ਆਉਂਦੀ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਰਲ ਮਿਲ ਕੇ ਨੇ, ਮੈਨੂੰ ਲੱਗਦਾ ਕਿ ਉਹਨੇ ਮਮਤਾ ਨੇ ਗਰਾਊਂਡ 'ਤੇ ਵਰਕ ਵੀ ਕੀਤਾ, ਲੋਕਾਂ ਨਾਲ ਤਾਲਮੇਲ ਵੀ ਰੱਖਿਆ ਉਸ ਲੈਵਲ ਦੇ ਉੱਤੇ ਜਾ ਕੇ, ਅਤੇ ਔਰਤਾਂ ਲਈ ਕਈ ਸਕੀਮਾਂ ਵੀ ਚਲਾਈਆਂ। ਔਰ ਕਿਹਾ ਜਾ ਰਿਹਾ ਅਜੇ ਪੂਰੇ ਤੱਥ ਤਾਂ ਸਾਹਮਣੇ ਆਉਣਗੇ ਕਿ ਮੁਸਲਿਮ ਵੋਟਰ ਐਨ ਬਲੋਕ ਪਿਆ ਲਗਭਗ 75%, ਔਰਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਮਮਤਾ ਨੂੰ ਭੁਗਤੀਆਂ ਨੇ ਉਸ ਪੱਧਰ 'ਤੇ, ਅਤੇ ਹਿੰਦੂ ਸੈਂਟੀਮੈਂਟ ਦਾ ਵੀ ਇੱਕ ਬੜਾ ਹਿੱਸਾ ਉਹਨੂੰ ਪਿਆ, ਕਿਉਂਕਿ ਐਡੀ ਵੱਡੀ ਹਨੇਰੀ ਤਾਂ ਹੀ ਹੈ। ਪਿਛਲੇ ਸਾਲ ਪਿਛਲੀ ਇਲੈਕਸ਼ਨ ਦੇ ਵਿੱਚ ਮਮਤਾ ਨੂੰ 2011 ਮਿਲੀਆਂ ਸੀ, ਐਤਕੀ 2011 ਤੋਂ ਵੀ ਜ਼ਿਆਦਾ ਜਾਣ ਦਾ ਸਵਾਲ ਹੈ। ਤਾਂ ਜਿਹੜੀ ਐਂਟੀ ਇਨਕੰਬੈਂਸੀ ਕਹਿੰਦੇ ਆ, ਸਥਾਪਤੀ ਵਿਰੋਧੀ ਲਹਿਰ ਹੈ, ਇਹਦਾ ਮਤਲਬ ਤਾਂ ਸਥਾਪਤੀ ਦੇ ਪੱਖ 'ਚ ਲਹਿਰ ਹੋ ਗਈ, ਸਥਾਪਤੀ ਵਿਰੋਧੀ ਲਹਿਰ ਦੀ ਬਜਾਏ। ਤਾਂ ਫਿਰ ਜਦੋਂ ਉਦੋਂ ਜ਼ਿਆਦਾ ਤੁਹਾਡੀ ਵੋਟ ਪਰਸੈਂਟੇਜ ਵੀ ਵੱਧਦੀ ਹੈ, ਅਤੇ ਉਦੋਂ ਜ਼ਿਆਦਾ ਤੁਸੀਂ ਸੀਟਾਂ ਵੀ ਲਿਜਾਣ ਦੀ ਗੱਲ ਉਸ ਲੈਵਲ 'ਤੇ ਕਰਦੇ ਹੋ। ਅਤੇ ਮਮਤਾ ਨੰਦੀਗ੍ਰਾਮ 'ਤੇ ਇਹ ਕਹਿੰਦੇ ਸੀ ਜਦੋਂ ਪ੍ਰਧਾਨ ਮੰਤਰੀ ਗਈ ਦੀਦੀ ਗਈ, ਅਤੇ ਮਮਤਾ ਨੰਦੀਗ੍ਰਾਮ ਆਪ ਵੀ ਜਿੱਤ ਗਈ, ਅਤੇ ਬਾਕੀ ਜਗ੍ਹਾ ਤਾਂ ਬਹੁਤ ਵੱਡੇ ਹੋਰ ਮਾਰਜਨ ਦੇ ਉੱਤੇ। ਇਸ ਲਈ ਇਹ ਜਿਹੜਾ ਪੱਛਮੀ ਬੰਗਾਲ ਦਾ ਜਿਹੜਾ ਨਤੀਜਾ ਸੀ, ਭਾਵੇਂ ਬੀਜੇਪੀ ਦੇ ਸਪੋਕਸਪਰਸਨ ਜਾਂ ਬੀਜੇਪੀ ਅਜੇ ਇਹ ਕਹਿ ਰਹੀ ਹੈ ਕਿ ਅਸੀਂ 3 ਸੀਗੇ,
3 ਤੋਂ ਉੱਥੇ ਤੱਕ ਪਹੁੰਚੇ ਹਾਂ। ਬਿਲਕੁਲ ਸਾਡਾ ਸਫ਼ਰ ਹੈ ਨਵੀਂ ਪਾਰਟੀ, ਨਵੀਂ ਨਹੀਂ ਪਾਰਟੀ, ਬੀਜੇਪੀ ਜਨਸੰਘ ਦੇ ਰੂਪ 'ਚ ਜਿਸ ਸ਼ਖਸ ਨੇ ਬਣਾਈ ਉਹ ਪੱਛਮੀ ਬੰਗਾਲ ਤੋਂ ਸੀ, ਸ਼ਾਮਾ ਪ੍ਰਸਾਦ ਮੁਖਰਜੀ ਜੀ। ਜਿਹਦੀ ਅਗਵਾਈ 'ਚ ਬਣੀ। ਇਹਦਾ ਮਤਲਬ ਇੰਨਾ ਸਮੇਂ ਤੋਂ ਤੁਹਾਡੀ ਸਵੀਕਾਰਤਾ ਨਹੀਂ ਹੈ ਉੱਥੇ। ਬਿਲਕੁਲ। ਕੱਲੀ ਇੱਕ ਗੱਲ ਨਹੀਂ ਹੈ ਕਿ ਨਵੀਂ ਕਹਿ ਕੇ ਨਹੀਂ ਤੁਸੀਂ, ਫਿਰ ਤੁਹਾਡੇ ਜਿਹੜਾ ਫਾਊਂਡਰ ਹੈ, ਜਿਹੜਾ ਮਿਨਿਸਟਰ ਰਿਹਾ ਉਦੋਂ ਜਵਾਹਰ ਲਾਲ ਨਹਿਰੂ ਦੀ ਮਿਨਿਸਟਰੀ ਦੇ ਵਿੱਚ ਉਸੇ ਸਟੇਟ ਤੋਂ ਆ ਕੇ ਬੰਦਾ, ਤੇ ਉਹ ਸੰਸਥਾਪਕ ਹੈ ਜਨਸੰਘ ਦੇ ਰੂਪ ਦੇ ਵਿੱਚ, ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉੱਥੇ ਨਵੀਂ ਪਾਰਟੀ ਤੁਸੀਂ ਕੰਮ ਨਹੀਂ ਕੀਤੀ? ਠੀਕ ਹੈ, ਕੰਮ ਨਹੀਂ ਹੋਇਆ, ਉਦੋਂ ਬਾਅਦ ਉਹਨਾਂ ਨਹੀਂ ਹੈ। ਆਰਐਸਐਸ ਤਾਂ ਸਾਰੇ ਕਿਤੇ ਕੰਮ ਕਰਦੇ। ਦੂਜੀ ਗੱਲ, ਤੁਸੀਂ ਕਹਿੰਦੇ ਹੋ ਕਿ ਉਦੋਂ ਬਾਅਦ ਸਾਡਾ ਕੋਈ ਜਿੱਤਿਆ ਨਹੀਂ ਜੀ। ਫਿਰ ਤੁਸੀਂ ਪਾਰਲੀਮੈਂਟ ਦੇ ਵਿੱਚ ਇੰਨੀਆਂ ਸੀਟਾਂ ਲੈ ਕੇ ਗਏ ਹੋ, 18 ਸੀਟਾਂ, 121 ਵਿਧਾਨ ਸਭਾ ਹਲਕਿਆਂ 'ਚ ਲੋਕਾਂ ਨੇ ਤੁਹਾਡੇ ਲਈ ਵੋਟ ਦਿੱਤੀ। ਤੇ ਇਹਦਾ ਮਤਲਬ ਇਹ ਹੈ ਕਿ ਉਹ ਇਹ ਮੰਨਣ ਲਈ ਤਿਆਰ ਨਹੀਂ। ਅਸਲ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਜਿਹੜਾ ਬਣ ਗਿਆ ਸੀ ਉਹ ਮਮਤਾ ਵਰਸਜ ਮੋਦੀ ਸੀ ਜੀ ਜਾਂ ਸਾਰੇ। ਹੁਣ ਉਹ ਪ੍ਰਧਾਨ ਮੰਤਰੀ ਮੋਦੀ ਦੀ ਛਵੀ ਨੂੰ ਬਚਾਉਣ ਲਈ ਉਹ ਕਹਿੰਦੇ ਨੇ ਨਹੀਂ, ਮੋਦੀ ਨੇ ਕਿਹੜਾ ਚੀਫ ਮਿਨਿਸਟਰ ਬਣਨਾ ਸੀ? ਜੇ ਮੋਦੀ ਨੇ ਚੀਫ ਮਿਨਿਸਟਰ ਨਹੀਂ ਸੀ ਬਣਨਾ ਤਾਂ ਉਹ ਸਭ ਤੋਂ ਬੜਾ ਟੀਮ ਲੀਡਰ ਕਿਉਂ ਹੈ ਫਿਰ ਉੱਥੇ? ਉੱਥੇ ਆਮ ਦੀ ਤਰ੍ਹਾਂ ਜਾਂਦਾ, 2-4 ਰੈਲੀਆਂ ਵੀ ਕਰੋ, ਆਪਣੀ ਪਾਰਟੀ ਦੇ ਐਂਗਲ ਤੋਂ ਜਾਓ, ਪਰ ਉਹ ਤਾਂ ਜਿਵੇਂ ਚੀਫ ਮਿਨਿਸਟਰ ਇਲੈਕਸ਼ਨ ਲੜਦਾ ਉਸ ਤਰੀਕੇ ਨਾਲ ਜਾ ਕੇ ਇਲੈਕਸ਼ਨ ਲੜ ਰਿਹਾ ਨਾ। ਬਿਲਕੁਲ। ਜੇ ਉਹਦੀ ਸਫਲਤਾ ਤਾਂ ਵੀ ਉਹਦੇ ਖਾਤੇ ਪਊਗੀ, ਜੇ ਅਸਫਲਤਾ ਤਾਂ ਵੀ ਖਾਤੇ ਪਾਉਣੀ ਚਾਹੀਦੀ ਹੈ। ਉਹਦੇ ਤੋਂ ਮਤਲਬ ਤੁਸੀਂ ਟਲ ਨਹੀਂ ਸਕਦੇ। ਇਸੇ ਕਰਕੇ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਫਿਰ ਸੰਯੁਕਤ ਮੋਰਚਾ ਕਿਸਾਨੀ ਐਡਾ ਵੱਡਾ ਅੰਦੋਲਨ ਚੱਲ ਰਿਹਾ ਹੈ, ਇਹ ਅੰਦੋਲਨ ਬਾਰੇ ਤੁਸੀਂ ਕੁਝ ਨਹੀਂ ਕਹਿ ਸਕਦੇ, ਤਾਂ ਕਹਿ ਰਹੇ ਹਜੇ ਤੱਕ ਕੋਈ ਗੱਲ ਨਹੀਂ ਕਰ ਰਹੇ। ਤਾਂ ਇਸ ਮੋਰਚੇ ਨੇ ਫੈਸਲਾ ਕੀਤਾ ਸੀ ਅਸੀਂ ਵੀ ਸਾਰੇ ਰਾਜਾਂ 'ਚ ਜਾਵਾਂਗੇ, ਔਰ ਕਿਤੇ ਨਾ ਕਿਤੇ ਲੋਕਾਂ ਨੂੰ ਕਿਸਾਨੀ ਦੇ ਨਾਲ ਵੀ ਕੁਝ ਪਰਸੈਂਟੇਜ ਦੀ ਹਮਦਰਦੀ ਉਸ ਲੈਵਲ 'ਤੇ ਹੈ ਕਿ ਤੁਸੀਂ ਕਿਸਾਨੀ ਦੀ ਨਹੀਂ ਸੁਣਦੇ। ਖਾਸ ਤੌਰ 'ਤੇ ਨੰਦੀ ਗ੍ਰਾਮ ਦਾ ਜਿਹੜਾ ਏਰੀਆ ਸੀ ਉਹ ਤਾਂ ਕਿਸਾਨੀ ਅੰਦੋਲਨ ਲਈ ਉਹ ਜਾਣਿਆ ਜਾਂਦਾ ਹੈ। ਉਹਨੇ ਮਮਤਾ ਦੀ ਸਰਕਾਰ ਬਣਾਉਣ 'ਚ ਜਿਹੜੀ ਭੂਮਿਕਾ ਅਦਾ ਕੀਤੀ, ਤੇ ਉਹ ਕਿਸਾਨ ਅੰਦੋਲਨ ਦਾ ਵੀ ਅਸਰ ਉਹਦੇ ਉੱਤੇ ਪੈਣਾ ਸੁਭਾਵਿਕ ਹੈ ਉਹ ਸਾਰੇ ਮੁੱਦੇ ਦੇ ਵਿੱਚ। ਜੀ ਹਮੀਰ ਸਿੰਘ ਜੀ, ਜਿਵੇਂ ਹੁਣ ਤੁਸੀਂ ਜ਼ਿਕਰ ਕਰਕੇ ਹਟਿਓ ਵੀ ਕਿ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਹੈਗੀ ਹੈ 5 ਥਾਵਾਂ ਤੇ ਜਾ ਕੇ ਪ੍ਰਚਾਰ ਕੀਤਾ ਹੈ ਵੀ ਕਿ ਭਾਜਪਾ ਨੂੰ ਵੋਟ ਨਾ ਪਾਈ ਜਾਵੇ, ਵੀ ਕਿ ਭਾਜਪਾ ਅੜੀਅਲ ਰਵੱਈਏ ਤੇ ਬੈਠੀ ਹੈ, ਜਿਵੇਂ ਉਸ ਤਰ੍ਹਾਂ ਉਹਦੇ ਨਤੀਜੇ ਵੀ ਸਭ ਦੇ ਸਾਹਮਣੇ ਆਣੇ ਸ਼ੁਰੂ ਹੋ ਚੁੱਕੇ ਨੇ, ਸਭ ਦੇ ਸਾਹਮਣੇ ਆ ਰਹੇ ਨੇ ਕਿ ਭਾਜਪਾ ਨੂੰ ਕਿਵੇਂ ਹਾਰ ਦਾ ਮੂੰਹ ਦੇਖਣਾ ਪੈ ਰਿਹਾ। ਅਸੀਂ ਜਾਣਨਾ ਚਾਹਾਂਗੇ ਇਹਨਾਂ ਨਤੀਜਿਆਂ ਦਾ ਜਿਹੜਾ ਭਵਿੱਖ ਦੇ ਵਿੱਚ ਕਿਸਾਨ ਅੰਦੋਲਨ ਤੇ ਕਿਸ ਤਰ੍ਹਾਂ ਦਾ ਜਿਹੜਾ ਅਸਰ ਦੇਖਣ ਨੂੰ ਮਿਲੇਗਾ। ਨਾਰਮਲੀ ਇਹ ਮੰਨਿਆ ਜਾਂਦਾ ਸੀ, ਆਮ ਲੋਕ ਇਹ ਕਹਿਣ ਲੱਗੇ ਸੀ ਕਿ ਹੁਣ ਤਾਂ ਕਿਸਾਨਾਂ ਨਾਲ ਜੇ ਗੱਲਬਾਤ ਹੋ 2 ਤਰੀਕ ਤੋਂ ਬਾਅਦ ਹੀ ਹੋ। ਮਤਲਬ ਇਹ ਸੀ, ਲੋਕ ਇਹ ਮਹਿਸੂਸ ਕਰਨ ਲੱਗੇ ਸੀ ਜੇ ਬੀਜੇਪੀ ਬੰਗਾਲ ਵੀ ਜਿੱਤ ਗਈ ਤਾਂ ਬੀਜੇਪੀ ਦਾ ਹੰਕਾਰ ਹੋਰ ਵੱਧ ਜਾਣਾ ਹੈ, ਪ੍ਰਾਈਮ ਮਿਨਿਸਟਰ ਦਾ ਤੇ ਬਾਕੀ ਲੋਕਾਂ ਦਾ ਹੰਕਾਰ ਵੱਧ ਜਾਣਾ ਹੈ। ਉਹ ਕਹਿੰਦਾ ਲੋਕ ਸਾਡੇ ਨਾਲ ਨੇ, ਆਪਾਂ ਕੀ ਲੈਣਾ। ਤੇ ਬਿਨਾਂ ਸ਼ੱਕ ਬੀਜੇਪੀ ਦੀ ਜਿਹੜੀ ਡਿਫੀਟ ਹੈ, ਜਿਹੜੀ ਹਾਰ ਹੈ, ਜੇਕਰ ਉਹ ਦਿਆਂਤਦਾਰੀ ਨਾਲ ਸੋਚਣਗੇ ਤਾਂ ਉਹਨਾਂ ਨੂੰ ਸੋਚਣ ਲਈ ਮਜਬੂਰ ਹੋਣਾ ਪਏਗਾ ਕਿ ਨਹੀਂ, ਜਦੋਂ ਲੋਕ ਖਿਲਾਫ ਹੁੰਦੇ ਨੇ ਉਦੋਂ ਸਿਆਸੀ ਘਾਟਾ ਵੀ ਝੱਲਣਾ ਪੈਂਦਾ। ਜਿਹੜਾ ਇਹ ਵੱਡਾ ਸਿਆਸੀ ਘਾਟਾ ਹੈ, ਜਿਹੜਾ ਇਮੇਜ ਹੈ, ਇਹਦੇ 'ਚ ਇਕੱਲਾ ਇਹ ਨਹੀਂ ਔਰ ਸਾਰੇ ਪੱਖਾਂ ਤੋਂ ਪਿਆ। ਕਿਸਾਨ ਅੰਦੋਲਨ ਨੇ ਇੱਕ ਕੰਮ ਕੀਤਾ ਹੈ ਕਿ ਪੂਰੇ ਦੁਨੀਆ ਪੱਧਰ ਦੇ ਉੱਤੇ ਜਿਹੜੀ ਪ੍ਰਧਾਨ ਮੰਤਰੀ ਦੀ ਵਿਅਕਤੀ ਦੀ ਛਵੀ ਤੀ ਉਹਦੇ ਨਾਲ ਉਹ ਧੁੰਦਲੀ ਹੋਈ ਹੈ, ਉਹਦੇ ਨਾਲ ਉਹਦੇ 'ਤੇ ਧੱਬੇ ਲੱਗੇ ਨੇ ਬਹੁਤ ਵੱਡੇ ਪੱਧਰ 'ਤੇ। ਦੁਨੀਆ ਦੀਆਂ ਏਜੰਸੀਆਂ ਦਾ ਸਾਡੇ ਸਾਹਮਣੇ ਜਿਹੜੀਆਂ ਰਿਪੋਰਟਾਂ ਵੀ ਨੇ। ਔਰ ਦੂਜੀ ਗੱਲ ਉਹਦੇ ਨਾਲ ਇਹ ਹੈ ਕਿ ਦੇਸ਼ ਭਰ ਦੇ ਵਿੱਚ ਵੀ ਇੱਕ ਤਬਕਾ ਘੱਟੋ ਘੱਟ ਜ਼ਰੂਰ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ ਸਾਰਾ, ਉਹਦੇ 'ਚ ਬੇਚੈਨੀ ਹੈ ਕਿ ਸਾਡੇ ਨਾਲ ਕੁਛ ਚੰਗਾ ਨਹੀਂ ਹੋ ਰਿਹਾ, ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ। ਤੇ ਤੀਜੀ ਗੱਲ ਇਹ ਵੀ ਹੈਗੀ ਉਹ ਹੈ ਕਿ ਜਿਹੜੇ ਘੱਟ ਗਿਣਤੀ ਅਸੀਂ ਜਿਵੇਂ ਸ਼ਾਹੀਨ ਬਾਗ ਦਾ ਮੋਰਚਾ ਉਠਾਤਾ, ਬਾਕੀ ਦੇ ਸਾਰੇ ਮੁਸਲਿਮ ਨੂੰ ਇਹ ਲੱਗ ਹੀ ਰਿਹਾ ਕਿ ਸਾਡੀ ਤਾਂ ਹੋਂਦ ਦਾ ਕੁਐਸਚਨ ਹੈਗਾ ਹੀ ਹੈ ਜੇਕਰ ਇਸ ਢੰਗ ਨਾਲ ਤੁਸੀਂ ਜਿੱਤ ਕੇ ਜਾਂਦੇ ਹੋ। ਔਰ ਇਹ ਸਾਰੀਆਂ ਚੀਜ਼ਾਂ, ਇਕੱਲਾ ਇਹ ਨਹੀਂ, ਵੈਸੇ ਤਾਂ ਜੇ ਸੋਚਿਆ ਜਾਏ ਕਿ ਬੜੀ ਦੇਰ ਤੋਂ ਇਹਨਾਂ ਨੂੰ ਦਿਖਾਈ ਦੇਣਾ ਚਾਹੀਦਾ ਸੀ। 2019 ਦੀ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਬੀਜੇਪੀ ਦਾ ਜਿਹੜਾ ਜਲਵਾ ਉਹ ਘਟ ਰਿਹਾ, ਵੱਧ ਨਹੀਂ ਰਿਹਾ। ਉਦੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ, ਉਦੋਂ ਬਾਅਦ ਮਹਾਰਾਸ਼ਟਰ ਦੀ ਚੋਣ ਹੋਈ, ਬੀਜੇਪੀ ਸਰਕਾਰ ਨਹੀਂ ਬਣਾ ਪਾਈ। ਉਦੋਂ ਬਾਅਦ ਹਰਿਆਣੇ ਦੀ ਚੋਣ ਹੋਈ, ਜਿੱਥੇ ਪਹਿਲਾਂ ਆਪਣੇ ਦਮ ਤੇ ਬੀਜੇਪੀ ਸਰਕਾਰ ਬਣਾ ਰਹੀ ਸੀ ਤੇ ਉਹਨੂੰ ਜੇਜੇਪੀ ਨਾਲ ਸਮਝੌਤਾ ਕਰਕੇ ਤਾਂ ਜੋੜ ਤੋੜ ਕਰਕੇ ਸਰਕਾਰ ਚਾਹੀ, ਪਰ ਸਰਕਾਰ ਨਹੀਂ ਬਣਾ ਪਾਈ। ਦਿੱਲੀ ਦੇ ਵਿੱਚ ਬੀਜੇਪੀ ਗਵਰਨਮੈਂਟ ਬਣਾਉਣਾ ਚਾਹੁੰਦੀ ਸੀ ਆਪਦੀ ਕਿ ਇਹਨੂੰ ਉਸੇ ਤਰੀਕੇ ਨਾਲ ਬਣਾਵਾਂਗੇ, ਠੀਕ ਹੈ, 3 MLA ਤੋਂ 7 ਹੋ ਗਏ ਤੇ ਇੱਥੇ ਤੱਕ ਹੀ ਰਹੇ। ਤੇ ਇਹ ਉਦੋਂ ਬਾਅਦ ਦੀਆਂ 5 ਚੋਣਾਂ ਨੇ, ਫਿਰ 19 ਤੋਂ ਬਾਅਦ ਲਗਾਤਾਰ ਉਹ ਬੀਜੇਪੀ ਨੂੰ ਇਸ ਸਾਰੇ ਮਾਮਲੇ ਦੇ ਵਿੱਚ ਘਾਟਾ ਪੈਂਦਾ ਜਾ ਰਿਹਾ ਹੈ। ਤੇ ਇਸ ਘਾਟੇ ਨਾਲ ਬੀਜੇਪੀ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਇਹ ਸੋਚਣਾ ਪਏਗਾ ਔਰ ਸੋਚਣਾ ਚਾਹੀਦਾ ਕਿ ਲੋਕਾਂ ਦੇ ਨਾਲ ਹਰ ਸਮੇਂ ਲੜਾਈ ਦੇ ਫਰੰਟ ਤੇ ਰਹਿ ਕੇ ਲੋਕਾਂ ਦੀ ਅਣਸੁਣੀ ਕਰਕੇ, ਕੇਵਲ ਮਨ ਦੀ ਬਾਤ ਸੁਣਾਉਣ ਨਾਲ ਹੀ ਗੱਲ ਨਹੀਂ ਬਣਨੀ, ਲੋਕਾਂ ਦੀ ਵੀ ਸੁਣਨੀ ਪੈਣੀ ਹੈ ਗੱਲਬਾਤ ਕਰਕੇ। ਔਰ ਇਹਦੇ ਨਾਲ ਜਿਹੜੇ ਲੜ ਰਹੀਆਂ ਧਿਰਾਂ ਨੇ ਤੇ ਜਿਹੜੀਆਂ ਆਪੋਜੀਸ਼ਨ ਧਿਰਾਂ ਨੇ, ਉਹਦੇ 'ਚ ਜਿਹੜੀ ਇੱਕ ਨੈਤਿਕ ਬਲ ਹੋਰ ਆਏਗਾ। ਤੇ ਜਿਹੜੀ ਦੂਜੀ ਧਿਰ ਹੈ ਜਿਹੜੀ ਸਾਹਮਣੇ ਖੜੀ ਹੈ,
ਉਹਦੇ ਵਰਕਰਾਂ ਦੇ ਵਿੱਚ ਵੀ ਉਹਦੇ ਬਾਕੀ 'ਚ ਇੱਕ ਅੰਦਰ ਡਿਬੇਟ ਹੋਏਗੀ ਤੇ ਨੈਤਿਕ ਬਲ ਦੇ ਤੌਰ ਤੇ ਥੋੜੀ ਕਮਜ਼ੋਰੀ ਆਏਗੀ। ਤਾਂ ਜਦੋਂ ਲੜਾਈ ਦੇ ਫਰੰਟ ਤੇ ਹਮੇਸ਼ਾ ਹੀ ਹੈ ਜਿਹੜੀ ਮੋਰਲ ਤਾਕਤ ਹੁੰਦੀ ਹੈ, ਜਿੱਧਰ ਉਹ ਜ਼ਿਆਦਾ ਹੁੰਦੀ ਹੈ ਤਾਂ ਉਹ ਜਿੱਤਣ ਵਾਲੇ ਪਾਸੇ ਚਲੀ ਜਾਂਦੀ ਹੈ। ਜੀ ਹਮੀਰ ਸਿੰਘ ਜੀ, ਇੱਕ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਸੀ ਵੀ ਕਿ ਜਿਵੇਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਦੇਸ਼ 'ਚ ਕਰੋਨਾ ਦਾ ਪੈਰ ਪਸਾਰਦੀ ਜਾ ਰਹੀ ਸੀ, ਅਜਿਹੇ ਜਿਹੜਾ ਸਮੇਂ ਦੇ ਵਿੱਚ ਇਹ 5 ਥਾਵਾਂ 'ਤੇ ਚੋਣਾਂ ਕਰਾਈਆਂ ਗਈਆਂ ਵੀ ਕਿ ਇਹ 5 ਸੂਬਿਆਂ ਦੀ ਚੋਣਾਂ ਜਿਹੜੀਆਂ ਹੈਗੀਆਂ ਦੇਸ਼ ਦਾ ਸਿਆਸੀ ਭਵਿੱਖ ਜਿਹੜਾ ਹੈਗਾ ਅਗਲਾ ਤੈਅ ਕਰਨਗੀਆਂ। ਪਰ ਅੱਜ ਨਤੀਜੇ ਆ ਗਏ ਨੇ ਵੀ ਕਿ 4 'ਚ ਬੀਜੇਪੀ ਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪੈ ਰਿਹਾ, ਸਿਰਫ ਇੱਕ ਥਾਂ ਤੇ ਉਹਨੂੰ ਜਿੱਤ ਦੀ ਦਿਖਾਈ ਦੇ ਰਹੀ ਹੈ। ਵੀ ਕਿ ਅਸੀਂ ਜਾਣਨਾ ਚਾਹਾਂਗੇ ਵੀ ਕਿ ਦੇਸ਼ ਦਾ ਸਿਆਸੀ ਭਵਿੱਖ ਕਿਹੋ ਜਿਹਾ ਹੋਵੇਗਾ। ਇਹਦੇ 'ਚ ਇਕੱਲਾ ਬੀਜੇਪੀ ਦਾ ਨਹੀਂ, ਜੇ ਟੋਟੈਲਿਟੀ 'ਚ ਆਪਾਂ ਦੇਖਦੇ ਹਾਂ, ਸਮੁੱਚੇਤਾ 'ਚ ਦੇਖਦੇ ਹਾਂ, ਇਸ ਦੇਸ਼ ਦੇ ਵਿੱਚ 2 ਨੈਸ਼ਨਲ ਪਾਰਟੀਆਂ ਨੇ। ਪਹਿਲਾਂ ਲੰਮਾ ਸਮਾਂ ਕਾਂਗਰਸ ਰਹੀ ਸੱਤਾ ਦੇ ਵਿੱਚ, ਬੀਜੇਪੀ ਛੋਟੀ ਬੀਜੇਪੀ ਉਹਦੇ ਅਲਟਰਨੇਟਿਵ ਦੇ ਤੌਰ ਤੇ ਮਹਿਸੂਸ ਕਰਦੀ ਸੀ ਕਿ ਅਸੀਂ ਆਏ। ਇੱਕ ਨੇ ਐਨਡੀਏ ਬਣਾ ਲਿਆ ਜਿਹੜੇ ਆਪਣੇ ਨਾਲ ਦੂਜੇ ਗਰੁੱਪ ਜੋੜ ਲਏ, ਦੂਜੇ ਨੇ ਯੂਪੀਏ ਬਣਾ ਲਿਆ ਕਿ ਮੇਰੇ ਨਾਲ ਇਹ ਚੱਲਣਗੇ। ਕਾਂਗਰਸ ਲਗਾਤਾਰ ਵੱਖ-ਵੱਖ ਸੂਬਿਆਂ ਦੇ ਵਿੱਚ ਜੂਨੀਅਰ ਪਾਰਟਨਰ ਬਣਦੀ ਜਾ ਰਹੀ। ਇਹਨਾਂ 5 ਥਾਵਾਂ ਤੇ ਕਾਂਗਰਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਬਹੁਤ ਹੀ ਨਾਜ਼ੁਕ ਹੈ। ਨਾ ਕੇਵਲ ਨਾਜ਼ੁਕ ਹੈ ਬਲਕਿ ਕਾਂਗਰਸੀਆਂ ਨੂੰ ਇਹ ਸੋਚਣਾ ਪਏਗਾ ਕਿ ਬਹੁਤ ਸ਼ਰਮਨਾਕ ਹਾਰ ਹੈ ਜਿਹੜੀ ਕਿਤੇ ਵੀ ਉਹ ਖੜ ਨਹੀਂ ਰਹੇ ਜੀ। ਇਹਦਾ ਮਤਲਬ ਕਾਂਗਰਸ ਦੀ ਲੀਡਰਸ਼ਿਪ, ਕਾਂਗਰਸ ਦਾ ਜਜ਼ਬਾ, ਕਾਂਗਰਸ ਦਾ ਸੰਗਠਨ ਚੋਣਾਂ ਲੜਨ ਕੇ ਜਿੱਤਣ ਦੇ ਕਾਬਲ ਦਿਖਾਈ ਨਹੀਂ ਦਿੰਦਾ ਬਹੁਤ ਵੱਡੇ ਪੱਧਰ ਦੇ ਉੱਤੇ। ਹੁਣ ਅਸਾਮ ਦੇ ਵਿੱਚ ਗਏ, ਈਵਨ ਕੇਰਲਾ ਦੇ ਵਿੱਚ ਵੀ ਰਾਹੁਲ ਗਾਂਧੀ ਜਿੱਥੋਂ ਐਮਪੀ ਹੈ ਖੁਦ, ਉੱਥੋਂ ਦੀਆਂ ਅਸੈਂਬਲੀ ਸੀਟਾਂ ਵੀ ਹਾਰ ਜਾਣਾ ਤੇ ਬਾਕੀ ਦੀਆਂ ਚੀਜ਼ਾਂ ਨੇ। ਕਾਂਗਰਸ ਪਾਰਟੀ ਦੇ ਤੌਰ ਤੇ ਜਿਹੜਾ ਉਤਸ਼ਾਹ ਹੁੰਦਾ ਕਿ ਉਹ ਦੇਸ਼ ਦੀ ਦੂਜੀ ਵੱਡੀ ਪਾਰਟੀ ਹੈ, ਉਹਦਾ ਵੀ ਮੈਨੂੰ ਲੱਗਦਾ ਲਗਾਤਾਰ ਪਹਿਲਾਂ ਵੱਡੇ ਸੂਬਿਆਂ 'ਚੋਂ ਗਈ, ਯੂਪੀ 'ਚੋਂ ਗਈ, ਬਿਹਾਰ 'ਚੋਂ ਗਈ, ਵੱਖ-ਵੱਖ ਥਾਵਾਂ 'ਤੇ ਗਈ। ਹੁਣ ਵੀ ਉਹ ਡੀਐਮਕੇ ਨਾਲ ਬਹੁਤ ਛੋਟਾ ਪਾਰਟਨਰ ਹੈ। ਅਸਾਮ ਉਹ ਮੇਨ ਪਾਰਟੀ ਸੀ, ਅਸਾਮ ਉਹ ਹਾਰ ਚੁੱਕੀ ਹੈ। ਕੇਰਲਾ ਦੇ ਵਿੱਚ ਵੀ ਦੂਜੀ ਵਾਰ ਹਾਰ ਗਿਆ, ਉਹਦਾ ਫਰੰਟ ਸਾਰਾ ਉਸੇ ਤਰੀਕੇ ਦੇ ਨਾਲ ਹੈ। ਪੁਡੂਚੇਰੀ ਤਾਂ ਉਹਦੇ ਨਾਲ ਹੀ ਸੀ ਹਮੇਸ਼ਾ ਕਿੰਨੇ ਲੰਮੇ ਸਮੇਂ ਤੋਂ, ਉਹ ਵੀ ਅਜੇ ਮੰਝਧਾਰ 'ਚ ਹੀ ਹੈ, ਸ਼ਾਇਦ ਉਹ ਸਰਕਾਰ ਨਾਲ ਬੀਜੇਪੀ ਬਣਾ ਜੇ ਉੱਥੇ। ਅਤੇ ਪੱਛਮੀ ਬੰਗਾਲ 'ਚ ਤਾਂ ਉਹਦਾ ਬਿਲਕੁਲ ਹੀ ਖਤਮ ਹੀ ਹੋ ਗਿਆ ਕੰਮ। ਲੈਫਟ 'ਤੇ ਉਹਨਾਂ ਦਾ ਇੱਕ ਸਾਂਝਾ ਫਰੰਟ ਜਿਹੜਾ ਸੀ ਉਹ ਵੀ ਕੋਈ ਸੀਟ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋਇਆ। ਇਸ ਲਈ ਇਕੱਲੇ ਬੀਜੇਪੀ ਦਾ ਸਵਾਲ ਨਹੀਂ ਹੈ, ਨੰਬਰ 1 ਤਾਂ ਇਹ ਕਾਂਗਰਸ ਦਾ ਵੀ ਸਵਾਲ ਹੈ ਕਿ ਕਾਂਗਰਸ ਵੀ ਸਿਆਸੀ ਸੱਤਾ ਦੇ ਨਕਸ਼ੇ ਤੋਂ ਲਗਾਤਾਰ ਅਲੋਪ ਹੋ ਰਹੀ ਹੈ ਉਹਨਾਂ ਥਾਵਾਂ ਦੇ ਉੱਤੇ। ਦੂਜੀ ਗੱਲ ਇਹ ਹੈ ਕਿ ਅਜੇ ਵੀ ਬਹੁਤ ਸਾਰੇ ਸੂਬੇ ਇਸ ਦੇਸ਼ ਦੇ ਇਹ ਨੇ ਕਿ ਜਿਹੜੇ ਛੰਟੇ ਨਾਲ ਬੀਜੇਪੀ ਹੱਕਣਾ ਚਾਹੁੰਦੀ ਹੈ ਹਿੰਦੂਤਵ ਦੇ ਨਾਲ, ਇੱਕ ਦੇਸ਼ ਇੱਕ ਚੋਣ, ਇੱਕ ਦੇਸ਼ ਇੱਕ ਰਾਸ਼ਨ ਕਾਰਡ, ਇੱਕ ਦੇਸ਼ ਇੱਕ ਬੋਲੀ, ਇੱਕ ਦੇਸ਼ ਇੱਕ ਸੱਭਿਆਚਾਰ, ਸਭ ਕੁਝ ਇੱਕ ਦੇਸ਼ ਇੱਕ ਟੈਕਸ, ਜੋ ਕਰਨਾ ਚਾਹੁੰਦੀ ਹੈ ਇਹ ਵੀ ਰਸਤਾ ਨਹੀਂ, ਇਹ ਚੋਣਾਂ ਇਹ ਸੰਕੇਤ ਦੇ ਰਹੀਆਂ ਨੇ। ਔਰ ਈਵਨ ਜਿੱਥੇ ਵੀ ਉਹਨੇ ਬੜੀ ਟਰਾਈ ਕੀਤੀ ਹੈ, ਹੋਰ ਡੀਐਮਕੇ ਵੱਡੀ ਪਾਰਟੀ ਦੇ ਤੌਰ ਤੇ ਆਈ ਹੈ ਅਤੇ ਏਆਈਡੀਐਮਕੇ ਛੋਟੀ ਪਾਰਟੀ, ਉਹਦੇ ਨਾਲ ਦੂਜੀ ਜੂਨੀਅਰ ਪਾਰਟੀ ਹੈ, ਦੋਨੋਂ ਖੇਤਰੀ ਪਾਰਟੀਆਂ ਨੇ, ਕੋਈ ਨੈਸ਼ਨਲ ਪਾਰਟੀ ਨਹੀਂ ਹੈ। ਈਵਨ ਕੇਰਲਾ ਦੇ ਵਿੱਚ ਵੀ ਐਲਡੀਐਫ ਆ ਗਿਆ ਅਤੇ ਦੂਜਾ ਬੀਜੇਪੀ ਹੈ ਨਹੀਂ, ਕਾਂਗਰਸ ਉੱਥੋਂ ਹੋ ਗਈ ਹੈ। ਔਰ ਇਸੇ ਤਰੀਕੇ ਦੇ ਨਾਲ ਵੈਸਟ ਬੰਗਾਲ ਦੇ ਵਿੱਚ ਵੀ ਜੇ ਤੁਹਾਡੇ ਖਿਲਾਫ ਲੋਕ ਭੁਗਤੇ ਨੇ ਤਾਂ ਬੰਗਾਲੀ ਪ੍ਰਾਈਡ ਦਾ ਜਿਹੜਾ ਇੱਕ ਕੁਐਸਚਨ ਹੈ, ਇਹਦਾ ਮਤਲਬ ਰੀਜਨਲਿਜ਼ਮ ਜਿਹੜਾ ਖੇਤਰੀਵਾਦ ਹੈ ਉਹ ਲੋਕਾਂ ਨੂੰ ਆਪਣੇ ਨੇੜੇ ਜ਼ਿਆਦਾ ਲੱਗਦਾ ਅਤੇ ਆਪਣੀਆਂ ਸਮੱਸਿਆਵਾਂ ਨੂੰ ਟੈਕਲ ਕਰਨ ਦੇ ਨੇੜੇ ਜ਼ਿਆਦਾ ਉਹ ਪਾਰਟੀਆਂ ਲੱਗਦੀਆਂ ਨੇ। ਜੇਕਰ ਉਹਨਾਂ 'ਚ ਇਹ ਸਮਰੱਥਾ ਹੋਵੇ, ਲੜਨ ਦੀ ਜ਼ਰੂਰਤ ਹੋਵੇ ਅਤੇ ਆਪਣੇ ਤਰੀਕੇ ਦੇ ਨਾਲ ਤੁਸੀਂ ਉਹਨਾਂ ਦਾ ਟਾਕਰਾ ਕਰਦੇ ਹੋ। ਜਿਹੜੀਆਂ ਪਾਰਟੀਆਂ ਤਾਂ ਸਰੈਂਡਰ ਕਰ ਜਾਂਦੀਆਂ ਨੇ, ਲੜੇ ਨਹੀਂ ਸਕਦੀਆਂ, ਉਹ ਤਾਂ ਅਲੱਗ ਸਵਾਲ ਹੈ। ਔਰ ਇਸ ਕਰਕੇ ਇਹ ਜਿਹੜਾ ਇੱਕ ਸਵਾਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਮਮਤਾ ਬੈਨਰਜੀ ਨੇ ਇਹਨਾਂ ਚੋਣਾਂ ਦੇ ਦੌਰਾਨ ਹੀ ਵੱਖ-ਵੱਖ ਪਾਰਟੀਆਂ ਨੂੰ ਇੱਕ ਚਿੱਠੀ ਲਿਖੀ ਸੀ। ਉਹ ਚਿੱਠੀ ਇਹ ਲਿਖੀ ਸੀ ਕਿ ਬੀਜੇਪੀ ਦਾ ਮੁਕਾਬਲਾ ਕਰਨ ਲਈ ਸਾਰੀਆਂ ਧਿਰਾਂ ਨੂੰ ਇਕਮੁੱਠ ਹੋਣਾ ਚਾਹੀਦਾ। ਇਹਨਾਂ ਚੋਣਾਂ ਤੋਂ ਬਾਅਦ ਬਿਨਾਂ ਸ਼ੱਕ ਮਮਤਾ ਦਾ ਕੱਦ ਵੱਧ ਗਿਆ ਦੇਸ਼ ਦੇ ਵਿੱਚ ਕਾਫੀ ਵੱਡਾ, ਔਰ ਇੱਕ ਛਵੀ ਉਹਦੀ ਗਈ ਹੈ ਦੇਸ਼ ਦੇ ਵਿੱਚ ਕਿ ਇਹ ਨਰਿੰਦਰ ਮੋਦੀ ਨੂੰ ਦੇ ਬਰਾਬਰ ਦੀ ਲੀਡਰ ਦੇ ਤੌਰ ਤੇ ਅੱਖ ਚੱਖ ਪਾ ਕੇ ਉਹਦੀ ਰਣਨੀਤੀ ਨੂੰ ਮਾਤ ਦੇ ਕੇ ਉਹਦਾ ਜਵਾਬ ਉਹਦੀ ਸ਼ਬਦਾਵਲੀ 'ਚ ਦੇ ਕੇ ਇੱਕ ਲੀਡਰ ਹੈ, ਜਿਹੜਾ ਕਿ ਰਾਹੁਲ ਗਾਂਧੀ ਨੂੰ ਬੜਾ ਮੌਕਾ ਮਿਲਿਆ, ਨਹੀਂ ਬਣ ਪਾਇਆ ਜਾਂ ਬਾਕੀ ਨਹੀਂ ਹੈ। ਔਰ ਇਹਦੇ ਨਾਲ ਜੇ ਚੱਲਦੇ ਹੋਏ ਦੇਸ਼ ਦੇ ਵਿੱਚ ਇੱਕ ਫੈਡਰਲ ਫਰੰਟ ਦਾ ਇੱਕ ਆਗਾਜ਼ ਹੋ ਸਕਦਾ। ਔਰ ਕਿੰਨੀਆਂ ਸਰਕਾਰਾਂ ਨੇ ਉੱਥੇ ਮਹਾਰਾਸ਼ਟਰ ਦੇ ਵਿੱਚ ਅੱਜ ਕੱਲ੍ਹ ਜਿਨ੍ਹਾਂ ਨੇ, ਜਿਵੇਂ ਯੂਪੀ ਦੇ ਵਿੱਚ ਹੈ, ਅਖਿਲੇਸ਼ ਯਾਦਵ ਨੇ ਇਹ ਕਿਹਾ ਕਿ ਉਹਦਾ ਬਹੁਤ ਚੰਗਾ ਹੋਇਆ ਜੀ, ਟਵੀਟ ਕੀਤਾ ਹੈ। ਦਿੱਲੀ ਤੋਂ ਲੈ ਕੇ ਮਹਾਰਾਸ਼ਟਰ ਤੱਕ ਦਾ ਸਾਰਾ ਸਵਾਲ ਹੈ। ਈਵਨ ਪੰਜਾਬ ਵੀ ਖੇਤਰੀਵਾਦ ਦੇ ਇੱਕ ਉਸ ਲੈਵਲ ਦੇ ਉੱਤੇ ਆਉਂਦਾ ਕਿ ਇਸ ਤਰੀਕੇ ਨਾਲ ਚੱਲੋ। ਔਰ ਜਿੰਨੇ ਵੀ ਵੱਖ-ਵੱਖ, ਈਵਨ ਬੀਜੂ ਜਨਤਾ ਦਲ ਦਾ ਵੀ ਸਿਸਟਮ ਉਸ ਲੈਵਲ 'ਤੇ ਹੋ ਜਾਏਗਾ। ਸੰਭਵ ਹੈ ਕਿ ਜੇ ਬੀਜੇਪੀ ਡੁੱਬਦੀ ਦਿਖੀ ਤਾਂ ਰਾਸ਼ਟਰੀ ਜਨਤਾ ਦਲ ਜਾਂ ਜਨਤਾ ਦਲ ਜੂ ਬਿਹਾਰ ਦੇ ਵਿੱਚ ਵੀ ਕਿਸੇ ਕੋਈ ਹੋਰ ਰੂਟ ਫੜ ਸਕਦੇ ਨੇ। ਔਰ ਇੱਕ ਬਹੁਤ ਵੱਡਾ ਤਬਕਾ ਇਸ ਦੇਸ਼ ਦੇ ਵਿੱਚ ਇੰਨੀ ਬਣ ਗਈ ਹੈ ਜਿਹੜੀ ਸਿਆਸੀ ਤੌਰ ਤੇ, ਜੇਕਰ ਉਹ ਇੱਕ ਫੈਡਰਲ ਇੰਡੀਆ ਦਾ ਸਵਾਲ ਹੈ, ਮਮਤਾ ਬੈਨਰਜੀ ਸ਼ੁਰੂ ਤੋਂ ਲੈ ਕੇ ਲਗਾਤਾਰ ਟਿਕਾਊ ਤਰੀਕੇ ਨਾਲ ਫੈਡਰਲਿਜ਼ਮ ਦਾ ਕੁਐਸਚਨ
ਉਠਾਉਂਦੀ ਰਹੀ ਹੈ GST ਤੋਂ ਲੈ ਕੇ ਅੱਜ ਤੱਕ। ਔਰ ਇਸੇ ਕਰਕੇ ਉਹਨਾਂ ਨੇ ਜਿਹੜਾ ਈਵਨ NIA ਜਾਂ ਗਵਰਨਮੈਂਟ ਆਫ ਇੰਡੀਆ ਨੇ ਇਹ ਵੀ ਕਿਹਾ ਕਿ ਸਾਡੀਆਂ ਸੈਂਟਰਲ ਫੋਰਸਸ ਜਾਣਗੀਆਂ, ਤੁਹਾਡੇ ਪੁਲਿਸ ਅਫਸਰ ਨੂੰ ਅਸੀਂ ਬਦਲਤਾ, ਉਹ ਕਹਿੰਦੇ ਮੈਂ ਨਹੀਂ ਰਿਲੀਵ ਕਰਦੀ। ਇਸ ਲੈਵਲ ਤੇ ਉਹਨੇ ਉਹਦੇ ਲੜਾਈ ਲੜੀ ਹੈ। ਇਸ ਦੇਸ਼ ਨੂੰ ਫੈਡਰਲਿਜ਼ਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਇਸ ਕਰਕੇ ਕੋਈ ਫੈਡਰਲ ਫਰੰਟ ਆਉਣ ਵਾਲੇ ਦਿਨਾਂ 'ਚ BJP ਦੇ ਸੈਂਟਰਲਾਈਜੇਸ਼ਨ ਦੇ ਖਿਲਾਫ ਬਣੇ ਤਾਂ ਉਹ ਫਰੰਟ ਦੀਆਂ ਸੰਭਾਵਨਾਵਾਂ ਪਹਿਲਾਂ ਦੇ ਮੁਕਾਬਲੇ ਵੱਧ ਸਕਦੀਆਂ ਨੇ ਜੇਕਰ ਸਾਰੇ ਲੋਕ ਮਿਲ ਕੇ BJP ਨੂੰ ਕੋਈ ਚੁਣੌਤੀ ਇਸ ਲੈਵਲ ਤੇ ਦੇਣਗੇ। ਹੁਣ ਉਹ ਮੌਕਾ ਵੀ ਹੈ ਕਿਉਂਕਿ ਪ੍ਰਧਾਨ ਮੰਤਰੀ ਦਾ ਜਿਹੜਾ 56 ਇੰਚ ਦੀ ਛਾਤੀ ਦਾ ਮਜ਼ਬੂਤ ਲੀਡਰ ਦਾ ਬਹੁਤ ਵੱਡੇ ਰਣਨੀਤੀਕਾਰ ਦਾ ਇੱਕ ਅਕਸ ਬਣਿਆ ਹੋਇਆ ਸੀ, ਕਰੋਨਾ ਦੇ ਵਿੱਚ ਬਿਲਕੁਲ ਖਿੰਡ ਪੁੱਟ ਚੁੱਕਿਆ। ਸਰਕਾਰ ਲਾਚਾਰ ਹੈ ਸਾਰੇ ਕਿਤੇ। ਅੱਜ ਦਿੱਲੀ ਦੇ ਵਿੱਚ ਦਿੱਲੀ ਦੇ ਹੈਲਥ ਮਿਨਿਸਟਰ ਜਿਹੜਾ ਹੈ ਸਤਿੰਦਰ ਜੈਨ, ਉਹਦੇ ਫਾਦਰ ਦੀ ਵੀ ਡੈਥ ਕਰੋਨਾ ਕਰਕੇ ਹੋਈ ਹੈ ਕਿਉਂਕਿ ਉਹਨਾਂ ਨੂੰ ਤਾਂ ਮਿਲ ਹੀ ਗਿਆ ਹੋਣਾ ਕੋਈ ਨਾ ਕੁਛ ਤਾਂ ਇਲਾਜ, ਜੇਕਰ ਕੰਪੈਰੇਟਿਵਲੀ ਉਹ ਤਾਂ ਥੋੜ੍ਹਾ ਜਿਹਾ ਉਹਨਾਂ ਪਰਿਵਾਰਾਂ 'ਚ ਨੇ। ਪਰ ਜੇਕਰ ਇਸ ਲੈਵਲ ਦੀਆਂ ਚੀਜ਼ਾਂ ਨੇ ਤਾਂ ਤੁਸੀਂ ਲਾਚਾਰੀ ਪ੍ਰਗਟ ਕਰਦੇ ਹੋ, ਤੁਹਾਡੇ ਕੋਲ ਕੁਝ ਨਹੀਂ ਹੈ। ਤਾਂ ਜਿਹੜਾ ਉਹ ਮੌਕਾ ਸੀ ਤੁਹਾਡੇ ਕੋਲ ਇੱਕ ਮਤਲਬ ਹਲਕੇ ਤਰੀਕੇ ਦੀ ਇੱਕ ਲੇਅਰ ਜੀ ਖੜੀ ਕਰ ਦੇਣੀ ਹੁੰਦੀ ਹੈ ਅੱਖਾਂ ਦੇ ਸਾਹਮਣੇ ਲੋਕਾਂ ਦੇ ਕਾਲਪਨਿਕ ਤੌਰ ਤੇ ਕਿ ਇਹ ਲੀਡਰ ਸਭ ਕੁਝ ਕਰ ਸਕਦਾ ਹੈ। ਇਹਨਾਂ ਸਾਰੀਆਂ ਘਟਨਾਵਾਂ ਦੇ ਨਾਲ ਇੱਕ ਤਾਂ ਇਹ ਹੋ ਗਿਆ ਕਿ ਜਦੋਂ ਸੰਕਟ ਆਏਗਾ ਵੱਡਾ, ਇਹ ਲੀਡਰ ਨਹੀਂ ਬਲਕਿ ਆ ਜਿਹੜੇ ਬੰਦੇ ਦਵਾਈਆਂ ਬਣਾਉਂਦੇ ਸੀ ਜਾਂ ਹੋਰ, ਉਹ ਇੱਕ ਬਰਤਾਨੀਆ ਭੱਜ ਗਿਆ ਇੰਗਲੈਂਡ ਤੇ ਬਾਕੀ ਦੂਜਾ ਕਹਿੰਦਾ ਇੱਥੇ ਤਾਂ ਮੈਨੂੰ ਔਖਾ ਹੈ ਬਹੁਤ ਰਹਿਣਾ। ਜੇ ਵੱਡੇ ਵੱਡੇ ਬੰਦੇ ਇਸ ਲੈਵਲ ਦੇ ਉੱਧਰ ਭੱਜ ਰਹੇ ਨੇ ਤਾਂ ਤੁਹਾਡੀ ਗ੍ਰਿਪ ਵੀ ਖਤਮ ਹੈ ਕਿਸੇ ਵੀ ਰੂਪ ਦੇ ਵਿੱਚ। ਦੂਜਾ ਇਹ ਵੀ ਮਮਤਾ ਨੇ ਦਿਖਾਤਾ ਕਿ ਜੇ BJP ਨੂੰ ਹਰਾਇਆ ਜਾ ਸਕਦਾ ਬਸ਼ਰਤੇ ਕਿ ਤੁਹਾਡੀ ਰਣਨੀਤੀ ਔਰ ਤੁਹਾਡੀ ਦਲੇਰੀ ਤੇ ਉਸ ਲੈਵਲ ਦੀ ਹੋਵੇ। ਉਹ ਸਾਰੀਆਂ ਗੱਲਾਂ ਦਾ ਮਾਹੌਲ ਇਹ ਦੱਸ ਰਿਹਾ ਕਿ ਆਉਣ ਵਾਲਾ ਭਵਿੱਖ ਜਿਹੜਾ ਇਸ ਦੇਸ਼ ਦਾ ਉਹ ਇੱਕ ਨਵੀਂ ਸਿਆਸਤ ਲਈ ਤਿਆਰ ਹੋ ਰਿਹਾ ਤੇ ਉਹ ਨਵੀਂ ਸਿਆਸਤ ਪੁਰਾਣੀਆਂ ਟ੍ਰੈਡੀਸ਼ਨਲ ਤਰੀਕੇ ਦੀ ਨਹੀਂ ਹੋਏਗੀ, ਉਹ ਨਵੇਂ ਕਿਸਮ ਦੇ ਏਜੰਡਾ ਪ੍ਰੋਗਰਾਮ ਤੇ ਹੋਏਗੀ, ਫੈਡਰਲਿਜ਼ਮ ਤੇ, ਲੋਕਾਂ ਦੀ ਇੰਪਾਵਰਮੈਂਟ ਤੇ, ਪੀਸ ਦੀ ਰਾਜਨੀਤੀ ਤੇ, ਫਿਰਕਾ ਪ੍ਰਸਤੀ ਦੇ ਖਿਲਾਫ ਜਿਹੜਾ ਖੇਮੇਬੰਦੀ ਕੀਤੀ ਜਾਂਦੀ ਹੈ ਹਜੂਮੀ ਹਿੰਸਾ ਵਾਲੀ, ਇਹਦੀ ਬਜਾਏ ਇਨਸਾਨੀਅਤ ਦੇ ਇੱਕ ਐਂਗਲ ਤੋਂ ਉਹ ਸਾਰੀਆਂ ਚੀਜ਼ਾਂ ਉੱਧਰ ਨੂੰ ਜਾਣਗੀਆਂ। ਔਰ ਇੱਕ ਦੇਸ਼ ਭਰ ਦੇ ਵਿੱਚ ਜਿਹੜਾ ਕਿਸਾਨੀ ਦਾ ਅੰਦੋਲਨ ਚੱਲ ਰਿਹਾ ਇਹਨੂੰ ਉਹ ਮਜ਼ਬੂਤ ਵੀ ਕਰ ਸਕਦੀਆਂ ਨੇ ਪਾਰਟੀਆਂ ਪੋਲੀਟੀਕਲ ਪੁੱਠ ਦੇ ਕੇ ਆਪਣੇ ਤਰੀਕੇ ਦੇ ਨਾਲ। ਉਹਦਾ ਫਾਇਦਾ ਵੀ ਇੱਕ ਨਵੀਂ ਸਿਆਸਤ ਨੂੰ ਮਿਲ ਸਕਦਾ ਆਉਣ ਵਾਲੇ ਦਿਨਾਂ 'ਚ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਵੀ ਕਿ ਅੱਜ ਦੇ ਚੋਣ ਨਤੀਜਿਆਂ ਤੋਂ ਬਾਅਦ ਦੇਸ਼ ਦਾ ਜਿਹੜਾ ਸਿਆਸੀ ਭਵਿੱਖ ਹੈ ਉਹ ਕੁਝ ਬਦਲਾਅ ਉਸ 'ਚ ਜ਼ਰੂਰ ਆਏਗਾ, ਪਰ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।